प्यारे विद्यार्थियों, वाहिगुरू जी का खालसा वाहिगुरू जी की फतेह। अज असीं करांगे चिट्ठी पत्तर, ठीक है। और जिवें तुहानूं पता है पहलां आपां अर्जी कर चुके हैं, अज असीं पत्तर करांगे। पत्तर करन तो पहलां मैं तुहानूं दसना चाहुंदी हाँ कि पत्तर असीं किन्नी किस्म दे लिख सकते हैं, ठीक है। और मुख किस्मां जिहड़ियां इहदियां तीन मुख करांगे आपां। वैसे फुटकल बहुत सारियां हैगियां ने, पहलियां तीन करांगे आपां। वेखो पहली हैगी है, हाँ जी, पहली हैगी है निजी जां घरोगी पत्तर। घरोगी मतलब घरेलू, ठीक है, घर दे नाल रिलेटिड। निजी मतलब परसनल, अपने नाल रिलेटिड, ठीक है। ये पत्तर अपने मित्तरां, सहेलियां, परिवार के मैंबरां, दूर नेड़े के रिश्तेदारां ਅਤੇ ਜਾਣਕਾਰਾਂ ਨੂੰ ਨਿੱਜੀ ਘਰੋਗੀ ਜੀਵਨ ਦੀਆਂ ਸੂਚਨਾਵਾਂ ਦੇਣ, ठीक है, सूचनावां देण, समस्यावां विचारण, संपर्क कायम रखण लई लिखे जाते हैं, ठीक है। देखो जिहड़े ये पत्तर है असीं किन्हां नूं लिखदे हां? मित्तरां नूं, सहेली नूं, परिवार दे मैंबर जिवें चाचे नूं, ताए नूं, ठीक है। किसी नूं भी अपनी भैन नूं, भरा नूं लिख सकते हैं, दादा जी नूं लिखते हैं, पिता जी नूं लिखते हैं, दूर नेड़े के रिश्तेदारां नूं लिखते हैं, ठीक है। जिद्दां भूआ जी नूं लिख दिता, मासी जी नूं लिख दिता। जिहड़े पत्तर अपने रिश्तेदारां नूं, मित्तरां नूं, सहेलियां नूं, ठीक है, जां परिवार के मैंबर जिवें पिता नूं, माता नूं, जां अपने दादा जी नूं, दादी जी नूं, भैन नूं, भरा नूं लिखे जाते हैं, उन्हां नूं बोलदे आ निजी पत्तर जां घरोगी पत्तर, जिन्हों आपां इंग्लिश परसनल भी कह दिंदे, परसनल लैटर, ठीक है। सैकेंड नंबर है बेनती पत्तर, ठीक है। दूजे नंबर ते आउंदे बेनती पत्तर। बेनती पत्तर किहड़े हुंदे आ? जिहड़े वक् वक् महकमिਆਂ, अदारियां, संस्थावां दे अधिकारियां नूं लिखे जांदे आ, ठीक है। किन्हां नूं लिखे जांदे आ? ਵੱਖ-ਵੱਖ महकमे जिद्दां बिजली बोर्ड हो गया, ठीक है, स्कूल हो गए, स्कूल संस्थावां हो गई, ठीक है। इस तो इलावा जिन्ने भी सरकारी अदारे आ ਵੱਖਰੇ ਵੱਖਰੇ, जिद्दां डाकघर ही आ, ठीक है, ਤੇ ਮੁਹੱਲੇ ਦੀ ਸਫਾਈ ਕਰਵਾਉਣ ਵਾਸਤੇ ਨਗਰ ਪਾਲਿਕਾ ਦੇ ਮੈਂਬਰਸ ਨੂੰ ਲਿਖਣੇ ਪੱਤਰ, ਠੀਕ ਹੈ। ਇਹ ਉਹ ਬੇਨਤੀ ਪੱਤਰ ਹੈ ਜਿਹੜੇ ਆਪਾਂ ਕਿਸੇ ਵੀ ਅਦਾਰੇ ਨੂੰ, ਕਿਸੇ ਮਹਿਕਮੇ ਦੇ, ਕਿਸੇ ਅਦਾਰੇ ਦੇ, ਸੰਸਥਾਵਾਂ ਦੇ ਅਧਿਕਾਰੀਆਂ ਨੂੰ ਲਿਖਦੇ ਹਾਂ, ਠੀਕ ਹੈ। ਜਿਨ੍ਹਾਂ ਕੋਲ ਆਪਾਂ ਕੋਈ ਆਪਣੀ ਮੰਗ ਰੱਖਦੇ ਹਾਂ, ਭਾਵ ਬੇਨਤੀ ਕਰਦੇ ਹਾਂ, ਆਪਣੀ ਮੰਗ ਦੀ ਪੂਰਤੀ ਵਾਸਤੇ ਮੰਗ ਕਰਦੇ ਹਾਂ, ਜਾਂ ਉਹਨਾਂ ਦੇ ਕੋਲ ਕੋਈ ਮਤਲਬ ਉਹਨਾਂ ਨੂੰ ਕਿਸੇ ਸੂਚਨਾ ਦਿੰਦੇ ਹਾਂ, ਕਿਸੇ ਵੀ ਉਹਨਾਂ ਦੇ ਜਿੱਦਾਂ ਵੀ ਪਿੰਡ ਦੇ ਨੇੜੇ ਜਾਂ ਆਪਣੇ ਕਿਤੇ ਲਾਗੇ ਜਾਂ ਸਕੂਲ ਜਾਂ ਜਿਹੜੀ ਸੰਸਥਾ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ, ਜੇ ਉੱਥੇ ਕੋਈ ਪ੍ਰੋਬਲਮ ਆ ਤਾਂ ਉਹਦੇ ਬਾਰੇ ਵੀ ਅਸੀਂ ਉਹਨਾਂ ਨੂੰ ਲਿਖ ਕੇ ਜਾਣੂ ਕਰਵਾਉਂਦੇ ਹਾਂ। ਜਿਵੇਂ ਮੈਨੇਜਰ ਨੂੰ ਲਿਖ ਦਿੱਤਾ, ਡਾਇਰੈਕਟਰ ਨੂੰ ਲਿਖ ਦਿੱਤਾ, DC ਨੂੰ ਲਿਖ ਦਿੱਤਾ ਪੱਤਰ, ਠੀਕ ਹੈ। ਇਹ ਸਾਰੇ ਪੱਤਰ ਜਿਹੜੇ ਆ ਬੇਨਤੀ ਪੱਤਰ 'ਚ ਆ ਜਾਂਦੇ ਆ। ਕਲੀਅਰ? ਇਹਨਾਂ ਵਿੱਚ ਉਹਨਾਂ ਨਾਲ ਸੰਬੰਧਿਤ ਆਪਣੀਆਂ ਸਮੱਸਿਆਵਾਂ ਜਾਂ ਲੋੜਾਂ ਬਾਰੇ ਜ਼ਿਕਰ ਕੀਤਾ ਜਾਂਦਾ, ਠੀਕ ਹੈ। ਜੇਕਰ ਜਿਵੇਂ ਆਪਾਂ DC ਨੂੰ ਲਿਖਦੇ ਹਾਂ ਅਤੇ ਉਹਦੇ ਬਾਰੇ ਆਪਾਂ ਲਿਖ ਸਕਦੇ ਕਿ ਸਾਡੇ ਮੁਹੱਲੇ ਵਿੱਚ ਇੱਦਾਂ ਵਾਪਰਨ ਦਿਆ, ਇੱਦਾਂ ਹੋ ਰਿਹਾ, ਨਹੀਂ ਹੋਣਾ ਚਾਹੀਦਾ, ਅਤੇ ਇਸ ਬਾਰੇ ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ, ਠੀਕ ਹੈ। ਔਰ ਜੇਕਰ ਆਪਣੀ ਲੋੜ ਬਾਰੇ ਦੱਸਣਾ ਕਿ ਸਾਨੂੰ ਇਸ ਚੀਜ਼ ਦੀ ਇੱਥੇ ਕਮੀ ਆ ਰਹੀ ਹੈ, ਪਾਣੀ ਦੀ ਸਪਲਾਈ ਨਹੀਂ ਪੂਰੀ ਹੋ ਰਹੀ, ਇਸ ਕਰਕੇ ਆਪਾਂ ਲਿਖ ਸਕਦੇ ਹਾਂ, ਠੀਕ ਹੈ। ਆਪਣੀਆਂ ਲੋੜਾਂ ਬਾਰੇ ਵੀ ਜ਼ਿਕਰ ਕੀਤਾ ਜਾ ਸਕਦਾ ਅਤੇ ਸਮੱਸਿਆਵਾਂ ਬਾਰੇ ਵੀ, ਠੀਕ ਹੈ। ਇਹ ਹੁੰਦੇ ਬੇਨਤੀ ਪੱਤਰ। ਜਿਵੇਂ ਆਪਾਂ ਇੱਕ ਸਕੂਲ ਦੇ ਪ੍ਰਿੰਸੀਪਲ ਨੂੰ ਲਿਖਦੇ ਪੱਤਰ ਕਿ ਪ੍ਰਿੰਸੀਪਲ ਸਾਹਿਬ, ਜਾਂ ਬੇਨਤੀ ਪੱਤਰ ਲਿਖਦੇ ਉਹਨਾਂ ਨੂੰ ਕਿ ਸਾਡੀ ਫੀਸ ਮਾਫ ਕੀਤੀ ਜਾਵੇ, ਅਸੀਂ ਪੇ ਨਹੀਂ ਕਰ ਸਕਦੇ, ਜਾਂ ਸਾਡਾ ਜੁਰਮਾਨਾ ਜਿਹੜਾ ਲੱਗਿਆ ਉਹ ਮਾਫ ਕੀਤਾ ਜਾਵੇ, ਠੀਕ ਹੈ। ਉਹ ਸਾਡੀ ਲੋੜ ਹੁੰਦੀ ਹੈ ਨਾ ਕਿ ਸਾਡੀ ਫੀਸ ਮਾਫ ਕੀਤੀ ਜਾਵੇ ਤਾਂ ਮੈਂ ਆਪਣੀ ਪੜ੍ਹਾਈ ਜਿਹੜੀ ਉਹ ਕੰਟੀਨਿਊ ਕਰ ਸਕਾਂ। ਸੋ ਬੇਨਤੀ ਪੱਤਰ ਚੇਤਾ ਰੱਖਣਾ ਹੈ। ਬੇਨਤੀ ਪੱਤਰ ਲਿਖੇ ਜਾਂਦੇ ਨੇ ਮਹਿਕਮਿਆਂ ਨੂੰ, ਅਦਾਰਿਆਂ, ਸੰਸਥਾਵਾਂ ਦੇ ਅਧਿਕਾਰੀਆਂ ਨੂੰ, ਠੀਕ ਹੈ। ਜਿਹੜੇ ਵੀ ਉੱਥੇ ਮੁੱਖ ਅਧਿਕਾਰੀ ਹੁੰਦਾ ਉਹਨੂੰ ਹੀ ਸੰਬੋਧਨ ਕਰਕੇ ਆਪਾਂ ਬੇਨਤੀ ਪੱਤਰ ਲਿਖਦੇ ਹਾਂ। ਜਿਵੇਂ ਆਪਾਂ ਲਿਖਦੇ ਹਾਂ ਸ਼੍ਰੀਮਾਨ ਜੀ, ਸੰਬੋਧਨੀ ਸ਼ਬਦ ਲਿਖਦੇ ਹਾਂ, ਠੀਕ ਹੈ। ਸੰਬੋਧਨੀ ਸ਼ਬਦ ਜਿਹੜੇ ਇਹਦੇ ਵਿੱਚ ਜ਼ਰੂਰ ਵਰਤੇ ਜਾਂਦੇ ਬੇਨਤੀ ਪੱਤਰ ਵਿੱਚ, ਠੀਕ ਹੈ। ਉਹਦੇ ਵਿੱਚ ਪੱਤਰ ਘਰੋਗੀ ਪੱਤਰ ਜਾਂ ਨਿੱਜੀ ਪੱਤਰ ਵਿੱਚ ਵੀ ਵਰਤੇ ਜਾਂਦੇ ਆ, ਪਰ ਇੱਥੇ ਬੇਨਤੀ ਪੱਤਰ ਦੇ ਵਿੱਚ ਆਪਾਂ ਸ਼੍ਰੀਮਾਨ ਜੀ ਕਹਿ ਕੇ ਉਹਨਾਂ ਨੇ ਅੱਗੇ ਬੇਨਤੀ ਕਰਦੇ ਹਾਂ ਕਿ ਹਾਂਜੀ ਤੁਸੀਂ ਮਤਲਬ ਸਾਡੀ ਇਸ ਮੁਸ਼ਕਿਲ ਦਾ ਹੱਲ ਕੀਤਾ ਜਾਵੇ। ਜਿੱਦਾਂ ਪੱਤਰ ਉਹਦੇ ਵਿੱਚ ਆਪਾਂ ਲਿਖਦੇ ਨੇ ਪਿਆਰੇ ਵੀਰ ਜੀ, ਪਿਆਰੀ ਭੈਣ ਜੀ, ਇਹ ਸੰਬੋਧਨੀ ਸ਼ਬਦ ਹੋ ਗਏ, ਠੀਕ ਹੈ। ਆਈ ਹੋਪ ਕਲੀਅਰ ਹੋਏਗਾ ਤੁਹਾਨੂੰ ਕਿ ਨਿੱਜੀ ਜਾਂ ਘਰੋਗੀ ਪੱਤਰ ਕਿਹੜੇ ਹੁੰਦੇ ਔਰ ਬੇਨਤੀ ਪੱਤਰ ਕਿਹੜੇ ਹੁੰਦੇ ਆ, ਠੀਕ ਹੈ। ਇਹ 'ਚ ਇੱਕ ਗੱਲ ਯਾਦ ਰੱਖਣੀ, ਪਹਿਲੀ ਗੱਲ ਆਪਾਂ ਨੂੰ ਪਤਾ ਲੱਗ ਗਈ ਕਿ ਵੱਖ-ਵੱਖ ਮਹਿਕਮੇ, ਅਦਾਰੇ, ਸੰਸਥਾਵਾਂ ਦੇ ਅਧਿਕਾਰੀਆਂ ਨੂੰ ਲਿਖੇ ਜਾਂਦੇ ਆ, ਠੀਕ ਹੈ। ਜਿੱਦਾਂ ਸਕੂਲ ਦਾ ਮੁੱਖ ਅਧਿਕਾਰੀ ਕਿਹੜਾ? ਪ੍ਰਿੰਸੀਪਲ ਸਾਹਿਬ, ਠੀਕ ਹੈ। ਪ੍ਰਿੰਸੀਪਲ ਸਾਹਿਬ ਨੂੰ ਆਪਾਂ ਪੱਤਰ ਲਿਖਦੇ ਹਾਂ, ਠੀਕ ਹੈ। ਅੱਗੇ ਆ ਗਿਆ ਇਹਨਾਂ ਵਿੱਚ ਉਹਨਾਂ ਨਾਲ ਸੰਬੰਧਿਤ ਆਪਣੀਆਂ ਸਮੱਸਿਆਵਾਂ ਅਤੇ
ਲੋੜਾਂ ਬਾਰੇ ਜ਼ਿਕਰ ਹੁੰਦਾ। ਠੀਕ ਹੈ, ਇਹ ਵੀ ਕਲੀਅਰ ਹੋ ਗਿਆ। ਨੈਕਸਟ ਲਾਈਨ ਹੈ, ਇਹਨਾਂ ਨੂੰ ਬੇਨਤੀ ਪੱਤਰ, ਬਿਨੇ ਪੱਤਰ ਜਾਂ ਅਰਜੀ ਕਿਹਾ ਜਾਂਦਾ ਹੈ। ਠੀਕ ਹੈ, ਇਹਨਾਂ ਨੂੰ ਵੱਖਰੇ ਵੱਖਰੇ ਨਾਵਾਂ ਨਾਲ ਸੰਬੋਧਨ ਕਰ ਸਕਦੇ ਆਪਾਂ। ਬੇਨਤੀ ਪੱਤਰ ਵੀ ਕਹਿ ਸਕਦੇ ਹਾਂ, ਬਿਨੇ ਪੱਤਰ ਵੀ ਕਹਿ ਸਕਦੇ ਹਾਂ, ਅਤੇ ਅਰਜੀ ਵੀ ਕਹਿ ਸਕਦੇ ਹਾਂ। ਠੀਕ ਹੈ, ਤੀਜੇ ਨੰਬਰ 'ਤੇ ਆ ਜਾਂਦੇ ਆ ਵਪਾਰਕ ਪੱਤਰ। ਠੀਕ ਹੈ, ਇਹ ਉਹ ਪੱਤਰ ਹੁੰਦੇ ਆ ਜਿਹੜੇ ਵਪਾਰਕ ਸੰਸਥਾਵਾਂ ਨਾਲ ਸੰਬੰਧਿਤ ਹੁੰਦੇ ਆ। ਠੀਕ ਹੈ, ਵਪਾਰ ਨਾਲ ਸੰਬੰਧਿਤ, ਵਪਾਰ ਮਤਲਬ ਬਿਜਨਸ। ਠੀਕ ਹੈ, ਬਿਜਨਸ ਨਾਲ ਰਿਲੇਟਡ ਹੁੰਦੇ ਆ, ਵਪਾਰ ਨਾਲ ਰਿਲੇਟਡ ਹੁੰਦੇ ਆ, ਲੈਣ ਦੇਣ ਦੇ ਨਾਲ ਰਿਲੇਟਡ ਹੁੰਦੇ ਆ। ਇਹ ਉਹ ਪੱਤਰ ਹੁੰਦੇ ਆ ਜਿਹੜੇ ਵਪਾਰ ਦੇ ਸੰਬੰਧ ਵਿੱਚ ਲਿਖੇ ਜਾਂਦੇ ਆ। ਠੀਕ ਹੈ, ਇਹ ਹੋ ਗਏ ਆਪਣੇ 3 ਤਰ੍ਹਾਂ ਦੇ ਪੱਤਰ ਹੁੰਦੇ ਆ, ਨਿੱਜੀ ਜਾਂ ਘਰੋਗੀ ਪੱਤਰ, ਬੇਨਤੀ ਪੱਤਰ ਅਤੇ ਵਪਾਰਕ ਪੱਤਰ। ਹੋਰ ਵੀ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ, ਪਰ ਆਪਾਂ ਸਿਰਫ 3 ਹੀ ਕਰਾਂਗੇ। ਠੀਕ ਹੈ, ਅੱਗੇ ਆਪਾਂ ਕਰਾਂਗੇ ਤੁਹਾਡੀ ਬੁੱਕ ਦੇ ਵਿੱਚ ਦਿੱਤਾ ਗਿਆ ਪੇਜ ਕਿ ਚਿੱਠੀਆਂ ਲਿਖਣ ਲਈ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਵੇਖੋ, ਜਿਸ ਵਿਅਕਤੀ ਜਾਂ ਅਧਿਕਾਰੀ ਨੂੰ ਚਿੱਠੀ ਜਾਂ ਬਿਨੇ ਪੱਤਰ ਲਿਖਣਾ ਹੋਵੇ ਉਸਦਾ ਅਹੁਦਾ, ਨਾਂ ਅਤੇ ਪਤੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਠੀਕ ਹੈ, ਕਿਉਂਕਿ ਉਹਦਾ ਅਹੁਦਾ ਲਿਖਾਂਗੇ, ਅਹੁਦਾ ਮਤਲਬ ਜਿੱਦਾਂ ਪ੍ਰਿੰਸੀਪਲ ਸਾਹਿਬ। ਠੀਕ ਹੈ, ਇਹ ਉਹਨਾਂ ਦਾ ਅਹੁਦਾ ਵਾ। ਅਤੇ ਜਿਵੇਂ ਮੈਨੇਜਰ ਸਾਹਿਬ, ਬੈਂਕ ਦੇ ਕਿਸੇ ਮੈਨੇਜਰ ਨੂੰ ਲਿਖਣੀ ਆਪਾਂ, ਅਤੇ ਆਪਾਂ ਲਿਖਾਂਗੇ ਸੇਵਾ ਵਿਖੇ ਮੈਨੇਜਰ ਸਾਹਿਬ। ਮੈਨੇਜਰ ਸਾਹਿਬ, ਮੈਨੇਜਰ ਉਹਨਾਂ ਦਾ ਅਹੁਦਾ ਵਾ। ਉਹਨਾਂ ਦਾ ਨਾਂ ਪਤਾ ਹੋਣਾ ਚਾਹੀਦਾ, ਪਤਾ ਹੋਣਾ ਚਾਹੀਦਾ। ਠੀਕ ਹੈ, ਕਿ ਅਹੁਦਾ ਪਤਾ ਹੋਣਾ ਚਾਹੀਦਾ ਕਿ ਕਿਹੜਾ ਅਹੁਦਾ, ਜਾਂ ਅਹੁਦਾ ਪਤਾ ਹੋਵੇ ਜਾਂ ਉਹਨਾਂ ਦਾ ਨਾਮ ਪਤਾ ਹੋਵੇ। ਠੀਕ ਹੈ, ਕਲੀਅਰ। ਸੈਕਿੰਡ, ਢੁਕਵੇਂ ਸੰਬੋਧਨੀ ਸ਼ਬਦਾਂ ਦੀ ਵਰਤੋਂ ਕੀਤੀ ਹੋਣੀ ਚਾਹੀਦੀ ਹੈ। ਢੁਕਵੇਂ ਸੰਬੋਧਨੀ ਸ਼ਬਦ ਜਿਵੇਂ ਸ਼੍ਰੀਮਾਨ ਜੀ ਆਪਾਂ ਬੇਨਤੀ ਪੱਤਰ 'ਚ ਕਰਦੇ ਹਾਂ, ਔਰ ਉਹਦੇ ਵਿੱਚ ਕਰਦੇ ਹਾਂ ਆਪਾਂ, ਹੁਣੇ ਮੈਂ ਦੱਸਿਆ ਕਿ ਨਿੱਜੀ ਪੱਤਰ ਵਿੱਚ ਆਪਾਂ ਪਿਆਰੇ ਵੀਰ ਜੀ ਵੀ ਲਿਖ ਦਿੰਦੇ ਹਾਂ। ਠੀਕ ਹੈ, ਪਿਆਰੇ ਭੈਣ ਜੀ ਵੀ ਲਿਖ ਦਿੰਦੇ ਹਾਂ, ਪਿਆਰੇ ਚਾਚਾ ਜੀ। ਠੀਕ ਹੈ, ਸਤਿ ਸ਼੍ਰੀ ਅਕਾਲ, ਇਹ ਸੰਬੋਧਨੀ ਸ਼ਬਦ ਹੈ। ਠੀਕ ਹੈ, ਅੱਗੇ ਆ, ਚਿੱਠੀ ਦੇ ਵਿਸ਼ੇ ਸੰਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਜਾਣਕਾਰੀ, ਜਿਸ ਵਿਸ਼ੇ 'ਤੇ ਤੁਸੀਂ ਲਿਖਣ ਜਾ ਰਹੇ ਹੋ ਉਸ ਵਿਸ਼ੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਨੈਕਸਟ ਲਾਈਨ ਹੈ, ਚਿੱਠੀ ਜਾਂ ਬਿਨੇ ਪੱਤਰ ਵਿਚਲੀ ਸ਼ਬਦਾਵਲੀ ਸਰਲ, ਸ਼ੁੱਧ ਅਤੇ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ। ਸਰਲ ਹੋਣੀ ਚਾਹੀਦੀ ਹੈ, ਸਿੰਪਲ ਮਤਲਬ ਜਿਹੜੇ ਕਿਸੇ ਦੇ ਆਮ ਇਨਸਾਨ ਦੇ ਵੀ ਸਮਝ ਵਿੱਚ ਆਉਣ ਵਾਲੀ ਹੋਵੇ, ਸ਼ੁੱਧ ਹੋਵੇ ਅਤੇ ਪ੍ਰਭਾਵਸ਼ਾਲੀ, ਅਗਲੇ 'ਤੇ ਪ੍ਰਭਾਵ ਪਾਉਣ ਵਾਲੀ ਹੋਵੇ। ਠੀਕ ਹੈ, ਨੈਕਸਟ ਹੈ, ਚਿੱਠੀ ਵਿਚਲੇ ਵਾਕ ਛੋਟੇ ਛੋਟੇ ਹੋਣੇ ਚਾਹੀਦੇ ਆ, ਬਹੁਤ ਲੰਬੇ ਨਹੀਂ ਕਿ ਇੱਕ ਤੁਸੀਂ ਗੱਲ ਕਰ ਰਹੇ ਹੋ ਕੋਈ ਅਤੇ ਲਿਖਣਾ ਸ਼ੁਰੂ ਕੀਤਾ ਤਾਂ ਲਾਈਨ ਦਾ ਐਂਡ ਹੀ ਨਾ ਹੋਵੇ। ਠੀਕ ਹੈ, ਇੱਕ ਲਾਈਨ ਨੂੰ ਕੰਪਲੀਕੇਟ ਨਹੀਂ ਕਰਨਾ, ਕੰਪਲੈਕਸ ਸੈਂਟੈਂਸ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਨਾ, ਸੰਯੁਕਤ ਵਾਕ, ਉਹ ਨਹੀਂ ਲਿਖਣੇ ਹੋਣੇ। ਇਹ 'ਚ ਸਰਲ ਅਤੇ ਛੋਟੇ ਛੋਟੇ ਵਾਕ ਹੋਣੇ ਚਾਹੀਦੇ। ਲਿਖਾਈ ਸੁੰਦਰ ਹੋਣੀ ਚਾਹੀਦੀ ਹੈ। ਠੀਕ ਹੈ, ਲਿਖਾਈ ਦਾ ਵੀ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਪੜ੍ਹਨ ਵਾਲੇ 'ਤੇ। ਸੋ ਲਿਖਾਈ ਸੁੰਦਰ ਹੋਵੇਗੀ ਤਾਂ ਆਟੋਮੈਟਿਕਲੀ ਉਹ ਪ੍ਰਭਾਵਿਤ ਹੋ ਕੇ ਉਸ ਲੈਟਰ ਨੂੰ, ਪੱਤਰ ਨੂੰ ਜ਼ਰੂਰ ਪੜ੍ਹੇਗਾ। ਠੀਕ ਹੈ, ਅਖੀਰ ਦੇ ਉੱਪਰ ਵੇਖੋ, ਸਨਿਮਰ ਭਾਵਨਾ ਵਾਲੇ ਸ਼ਬਦ ਲਿਖੇ ਹੋਣੇ ਚਾਹੀਦੇ, ਜਿਵੇਂ ਆਪਾਂ ਲਿਖਦੇ ਆਪ ਜੀ ਦਾ ਆਗਿਆਕਾਰੀ, ਆਪ ਜੀ ਦੀ ਆਗਿਆਕਾਰੀ ਹੈ। ਸਨਿਮਰ ਵਾਲੇ, ਸਨਿਮਰ ਭਾਵ ਨਿਮਰਤਾ ਵਾਲੇ ਸ਼ਬਦ ਅਖੀਰ ਵਿੱਚ ਲਿਖੇ ਹੋਣੇ ਚਾਹੀਦੇ ਹਨ। ਜਿਵੇਂ ਲਾਸਟ 'ਤੇ ਆਪਾਂ ਲਿਖਦੇ ਤੁਹਾਡਾ ਪਿਆਰਾ। ਠੀਕ ਹੈ, ਓਕੇ। ਅੱਗੇ, ਚਿੱਠੀ ਜਾਂ ਬਿਨੇ ਪੱਤਰ ਵਿੱਚ ਢੁਕਵੀਂ ਥਾਂ 'ਤੇ ਮਿਤੀ ਵੀ ਲਿਖੀ ਹੋਣੀ ਚਾਹੀਦੀ। ਮਿਤੀ ਤੋਂ ਬਗੈਰ ਬਿਨੇ ਪੱਤਰ ਨਹੀਂ ਲਿਖਣਾ, ਬਿਨੇ ਪੱਤਰ 'ਚ ਮਿਤੀ ਜ਼ਰੂਰ ਲਿਖੀ ਹੋਣੀ ਚਾਹੀਦੀ ਹੈ। ਠੀਕ ਹੈ, ਨੈਕਸਟ ਹੈ, ਅਖੀਰ 'ਤੇ ਆਪਣਾ ਪਤਾ, ਨਾਂ ਅਤੇ ਪਤਾ ਜ਼ਰੂਰ ਲਿਖਣਾ ਚਾਹੀਦਾ। ਜੇਕਰ ਪੱਤਰ ਹੈ ਅਤੇ ਉਹਦੇ ਵਿੱਚ ਪਤਾ ਲਿਖਿਆ ਜਾਂਦਾ, ਔਰ ਜੇਕਰ ਬੇਨਤੀ ਪੱਤਰ ਵਿੱਚ ਆਪਾਂ ਆਪਣਾ ਨਾਮ ਹੀ ਲਿਖ ਦਿੰਦੇ ਹਾਂ। ਠੀਕ ਹੈ, ਨਾਮ ਅਤੇ ਪਿੰਡ ਦਾ ਨਾਮ ਲਿਖ ਸਕਦੇ ਹਾਂ। ਠੀਕ ਹੈ, ਨੈਕਸਟ ਹੈ, ਬਿਨੇ ਪੱਤਰ ਨਿੱਜੀ ਚਿੱਠੀ ਅਤੇ ਵਪਾਰਕ ਪੱਤਰ ਲਿਖਣ ਦਾ ਢੰਗ ਸਾਰਿਆਂ ਦਾ ਵੱਖਰਾ ਵੱਖਰਾ ਹੁੰਦਾ। ਸੇਮ ਢੰਗ ਨਾਲ ਆਪਾਂ ਨਹੀਂ ਲਿਖਦੇ। ਜਿਵੇਂ ਆਪਾਂ ਬਿਨੇ ਪੱਤਰ ਲਿਖਦੇ ਹਾਂ, ਉਹ ਆਪਾਂ ਹਮੇਸ਼ਾ ਇਸ ਸਾਈਡ 'ਤੇ, ਖੱਬੇ ਸਾਈਡ 'ਤੇ ਲਿਖਦੇ ਹਾਂ। ਠੀਕ ਹੈ, ਜਿਵੇਂ ਸੇਵਾ ਵਿਖੇ, ਔਰ ਜਿਹੜਾ ਪੱਤਰ ਹੈ ਉਹ ਇਸ ਸਾਈਡ ਲਿਖਦੇ ਹਾਂ। ਠੀਕ ਹੈ, ਇੱਧਰ ਆਪਾਂ ਬਿਨੇ ਪੱਤਰ ਲਿਖਦੇ ਹਾਂ, ਜਿੱਦਾਂ ਸੇਵਾ ਵਿਖੇ। ਠੀਕ ਹੈ, ਇੱਧਰ ਆਪਾਂ ਪੱਤਰ ਸਟਾਰਟ ਕਰਦੇ ਹਾਂ। ਪੱਤਰ ਜਿਹੜੇ ਆ ਉਹ ਸੱਜੇ ਪਾਸੇ ਲਿਖਦੇ ਹਾਂ, ਅਤੇ ਜਿਹੜੀ ਬੇਨਤੀ ਪੱਤਰ ਆ ਜਾਂ ਅਰਜੀ ਆ ਉਹ ਆਪਾਂ ਖੱਬੇ ਪਾਸੇ ਲਿਖਦੇ ਹਾਂ। ਠੀਕ ਹੈ, ਹੁਣ ਵੇਖੋ ਇਹਦੇ ਵਿੱਚ ਲਿਖਿਆ ਹੋਇਆ, ਇੱਥੇ ਪਤਾ ਦਿੱਤਾ ਹੋਇਆ ਆਲਰੇਡੀ, ਜਿੱਦਾਂ ਆਪਾਂ ਲਿਖਿਆ ਕਿ ਪਤਾ ਹੋਣਾ ਚਾਹੀਦਾ ਆਪਾਂ ਨੂੰ। ਇੱਥੇ ਉਹਨਾਂ ਨੇ ਪਤਾ ਲਿਖਿਆ ਹੈ 985 ਗੁਪਤਾ ਕਲੋਨੀ ਕਰਨਾਲ। ਡੇਟ ਜਿਹੜੀ ਤੁਸੀਂ ਅੱਜ ਦੀ ਪਾਉਣੀ ਹੈ। ਠੀਕ ਹੈ, ਅੱਜ ਕਿੰਨੀ ਤਰੀਕ ਹੈ? ਆਈ ਹੋਪ ਸਾਰਿਆਂ ਨੂੰ ਪਤਾ ਹੋਣਾ, 3 ਜੂਨ। ਠੀਕ ਹੈ, ਅੱਜ ਦੀ ਤਰੀਕ ਪਾਉਣੀ ਹੈ ਤੁਸੀਂ। ਔਰ ਇੱਥੇ ਤੁਸੀਂ ਆਪਣੇ ਮਿੱਤਰ ਦਾ ਨਾਮ ਲਿਖ ਸਕਦੇ ਹੋ, ਕਿਸੇ ਵੀ ਮਿੱਤਰ ਦਾ ਜਿਹੜਾ ਤੁਹਾਡਾ ਬੈਸਟ ਫਰੈਂਡ ਉਹਦਾ ਨਾਮ ਲਿਖ ਸਕਦੇ ਹੋ। ਪਿਆਰੇ ਗੁਰਪਾਲ ਲਿਖਿਆ ਹੋਇਆ ਇਹਨਾਂ ਨੇ। ਨਿੱਘੀ ਯਾਦ ਵੀ ਲਿਖ ਸਕਦੇ ਹੋ, ਔਰ ਸਤਿ ਸ਼੍ਰੀ ਅਕਾਲ ਵੀ ਲਿਖ ਸਕਦੇ ਹੋ। ਠੀਕ ਹੈ, ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ। ਸਤਿ ਸ਼੍ਰੀ ਅਕਾਲ ਲਿਖ ਸਕਦੇ ਹੋ। ਓਕੇ,
ਨੈਕਸਟ ਵੇਖੋ, ਇਹਦੇ ਵਿੱਚ ਲਿਖਿਆ ਆਪ ਨੂੰ ਪਤਾ ਹੀ ਹੈ ਕਿ ਸਕੂਲਾਂ ਵਿੱਚ ਮਈ ਦੇ ਦੂਸਰੇ ਹਫਤੇ 30 ਦਿਨ ਦੀਆਂ ਛੁੱਟੀਆਂ ਹੋ ਰਹੀਆਂ ਹਨ। ਮੇਰੀ ਇਹ ਇੱਛਾ ਹੈ ਕਿ ਇਸ ਵਾਰੀ ਤੂੰ ਇਹਨਾਂ ਛੁੱਟੀਆਂ ਵਿੱਚ ਕੁਝ ਦਿਨ ਮੇਰੇ ਕੋਲ ਆ ਕੇ ਰਹੇ। ਇਸ ਨਾਲ ਆਪਾਂ ਛੁੱਟੀਆਂ ਦਾ ਬਹੁਤ ਹੀ ਆਨੰਦ ਮਾਣਾਂਗੇ। ਨੈਕਸਟ ਲਾਈਨ ਵੇਖੋ, ਮੈਂ ਕੱਟੀ ਹੋਈ ਹੈ, ਇਹ ਲਾਈਨ ਤੁਸੀਂ ਨਹੀਂ ਲਿਖਣੀ, ਠੀਕ ਹੈ। ਇਹ ਲਾਈਨ ਬਿਲਕੁਲ ਨਹੀਂ ਲਿਖਣੀ, ਆਨੰਦ ਮਾਣਾਂਗੇ। ਨੈਕਸਟ ਆਪਾਂ ਲਿਖਾਂਗੇ, ਮੈਂ ਤੈਨੂੰ ਆਪਣੇ ਨਾਲ ਮੇਰੇ ਪਿੰਡ ਵੀ ਲੈ ਕੇ ਜਾਵਾਂਗਾ। ਇਹ ਪਿੰਡ ਸ਼ਹਿਰ ਦੇ ਨਾਲ ਹੀ ਹੈ। ਤੂੰ ਪਿੰਡਾਂ ਦਾ ਜੀਵਨ ਵੇਖ ਕੇ ਹੀ ਖੁਸ਼ ਹੋਵੇਂਗਾ। ਆਪਾਂ 2 ਦਿਨ ਪਿੰਡ ਚਾਚਾ ਜੀ ਕੋਲ ਰਹਾਂਗੇ, ਠੀਕ ਹੈ। 2 ਦਿਨਾਂ ਦਾ ਆਪਾਂ ਪਿੰਡ ਚਾਚਾ ਜੀ ਕੋਲ ਵੀ ਰਹਾਂਗੇ, ਠੀਕ ਹੈ। ਬਾਕੀ ਸਾਰੀਆਂ ਗੱਲਾਂ ਮਿਲਣ 'ਤੇ ਕਰਾਂਗੇ। ਨਵਾਂ ਪੈਰਾ ਸ਼ੁਰੂ ਹੋਇਆ, ਜਿਹੜੀ ਪਹਿਲੀ ਗੱਲ ਉਹਨੇ ਕੀਤੀ ਸੀ ਉੱਥੇ ਖਤਮ ਹੋ ਗਈ ਹੈ ਕਿ ਆਪਾਂ ਕੀ ਕੀ ਕਰਾਂਗੇ। ਛੁੱਟੀਆਂ ਹੋ ਰਹੀਆਂ, ਤੁਸੀਂ ਇੱਥੇ ਮੇਰੇ ਕੋਲ ਆਵੇਂਗਾ, ਆਪਾਂ ਮਸਤੀ ਕਰਾਂਗੇ, ਮੌਜ ਕਰਾਂਗੇ, ਠੀਕ ਹੈ। ਚਾਚਾ ਜੀ ਕੋਲ ਰਹਾਂਗੇ, ਉਹ ਗੱਲ ਖਤਮ ਹੋ ਗਈ ਹੈ। ਨੈਕਸਟ ਜਿਹੜੀ ਉਹਨੇ ਗੱਲ ਨਵੀਂ ਸ਼ੁਰੂ ਕੀਤੀ ਸੀ, ਉਹ ਉਹਨੇ ਨਵੀਂ ਪੈਰੇ ਦੇ ਵਿੱਚ ਸਟਾਰਟ ਕੀਤੀ। ਬਾਕੀ ਸਾਰੀਆਂ ਗੱਲਾਂ ਮਿਲਣ 'ਤੇ ਕਰਾਂਗੇ। ਮੇਰੀ ਪੜ੍ਹਾਈ ਠੀਕ ਚੱਲ ਰਹੀ ਹੈ। ਅੱਗੇ ਨੈਕਸਟ ਲਾਈਨ ਫਿਰ ਮੈਂ ਕੱਟੀ ਹੋਈ ਹੈ, ਤੁਸੀਂ ਨਹੀਂ ਲਿਖਣੀ, ਠੀਕ ਹੈ। ਸਾਰਿਆਂ ਨੇ ਲਾਈਨ ਨਹੀਂ ਲਿਖਣੀ, ਕੱਟ ਦਿਓ। ਮੇਰੇ ਵੱਲੋਂ ਮਾਤਾ ਜੀ ਅਤੇ ਪਿਤਾ ਜੀ ਨੂੰ ਸਤਿ ਸ਼੍ਰੀ ਅਕਾਲ ਕਹਿਣਾ, ਠੀਕ ਹੈ। ਇੱਥੋਂ ਤੱਕ ਲਿਖ ਕੇ ਫਿਰ ਇੱਥੇ ਤੇਰਾ ਆਪਣਾ ਜਾਂ ਤੇਰਾ ਆਪਣਾ ਮਿੱਤਰ ਜਾਂ ਤੇਰਾ ਮਿੱਤਰ ਵੀ ਲਿਖ ਸਕਦੇ। ਇੱਥੇ ਤੇਰਾ ਆਪਣਾ ਲਿਖਿਆ ਉਹਨਾਂ ਨੇ, ਤੇਰਾ ਮਿੱਤਰ ਅਤੇ ਆਪਣਾ ਨਾਮ ਇੱਥੇ ਲਿਖਣਾ ਤੁਸੀਂ। ਔਰ ਇੱਧਰ ਤੁਸੀਂ ਐਡਰੈਸ ਲਿਖਣਾ ਹੈ, ਠੀਕ ਹੈ। ਇੱਥੇ ਬਣਾ ਲੈਣਾ ਟਿਕਟ, ਠੀਕ ਹੈ। ਔਰ ਇੱਥੇ ਪਤਾ। ਕਲੀਅਰ ਹੋ ਗਿਆ? ਆਈ ਹੋਪ ਕਿ ਕਲੀਅਰ ਹੋ ਗਿਆ ਹੋਵੇਗਾ। ਜੇਕਰ ਤੁਸੀਂ ਆਪਣੇ ਕੋਲੋਂ ਪੱਤਰ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਲਿਖ ਸਕਦੇ ਹੋ, ਜਿਹੜੀ ਮੈਂ ਜਾਣਕਾਰੀ ਦਿੱਤੀ ਇਹਦੇ ਆਧਾਰ 'ਤੇ। ਔਰ ਤੁਸੀਂ ਆਪਣੇ ਮਿੱਤਰ ਨੂੰ ਆਪਣੇ ਕੋਲ ਬੁਲਾ ਰਹੇ ਹੋ ਛੁੱਟੀਆਂ 'ਚ, ਔਰ ਤੁਸੀਂ ਕੀ ਕੀ ਕਰੋਗੇ ਉਸ ਬਾਰੇ ਤੁਸੀਂ ਇਸ ਪੱਤਰ ਵਿੱਚ ਲਿਖ ਸਕਦੇ ਹੋ, ਠੀਕ ਹੈ। ਆਈ ਹੋਪ ਕਲੀਅਰ ਹੋ ਗਿਆ ਹੋਵੇਗਾ। ਸੋਹਣੀ ਇਹ ਪੱਤਰ, ਸੋਹਣੀ ਰਾਈਟਿੰਗ ਦੇ ਵਿੱਚ ਇਹ ਪੱਤਰ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰਨਾ, ਠੀਕ ਹੈ, ਲਿਖਣਾ। ਧੰਨਵਾਦ।